मैं सुखविंदर कौर। ਅੱਜ ਆਪਾਂ ਗੱਲਬਾਤ ਕਰਾਂਗੇ ਸੁਹਾਗ ਬਾਰੇ। ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਸੁਹਾਗ ਅਖਵਾਉਂਦੇ ਹਨ। ਇਹ ਲੋਕ ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ, ਵਿਆਹ ਦੀ ਕਾਮਨਾ, ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ, ਪੇਕੇ ਤੇ ਸਹੁਰੇ ਘਰ ਨਾਲ ਇੱਕ ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਅਤੇ ਸੱਭਿਆਚਾਰਕ ਪ੍ਰਭਾਵਾਂ ਹੇਠ ਬੁਣੇ ਸੁਪਨਿਆਂ ਆਦਿ ਦੇ ਪ੍ਰਗਟਾਅ ਦਾ ਮਾਧਿਅਮ ਬਣਦੇ ਹਨ। ਇਹਨਾਂ ਲੋਕ ਗੀਤਾਂ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਪਰਿਵਾਰ ਦੇ ਜੀਆਂ ਨਾਲ ਵਿਭਿੰਨ ਰਿਸ਼ਤੇ ਅਤੇ ਫਿਰ ਸਹੁਰੇ ਘਰ ਵਿੱਚ ਨਵੇਂ ਬਣੇ ਰਿਸ਼ਤੇ ਵਾਰ-ਵਾਰ ਆਏ ਹਨ। ਰਿਸ਼ਤਿਆਂ ਦੇ ਇਸ ਤਾਣੇ ਬਾਣੇ ਵਿੱਚ ਕਿਤੇ ਨਿੱਘ, ਕਿਤੇ ਤਣਾਅ ਹੈ। ਇਹਨਾਂ ਵਿੱਚ ਹੀ ਸਮਾਜਿਕ ਤੇ ਆਰਥਿਕ ਪੱਖ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਸਰਦਾਰ ਹੁੰਦੇ ਹਨ। ਵਿਆਹ ਵਿਅਕਤੀ ਦੀ ਸਮਾਜਿਕ ਜ਼ਿੰਦਗੀ ਦੀ ਮਹੱਤਵਪੂਰਨ ਘਟਨਾ ਹੈ। ਕੁੜੀ ਲਈ ਵਿਆਹ ਲਾਡਾਂ ਪਿਆਰਾਂ ਦੇ ਪੇਕੇ ਸੰਸਾਰ ਵਿੱਚੋਂ ਵਿਦਾ ਹੋ ਕੇ ਸਹੁਰੇ ਘਰ ਦੇ ਅਣਦੇਖੇ ਨਵੇਂ ਸੰਸਾਰ ਵਿੱਚ ਪ੍ਰਵੇਸ਼ ਕਰਨ ਦੀ ਰੀਤ ਦਾ ਨਾਂ ਹੈ। ਪੇਕੇ ਘਰ ਦੀ ਸੁਰੱਖਿਆ ਦੇ ਮੁਕਾਬਲੇ ਨਵੇਂ ਸਹੁਰੇ ਘਰ ਦਾ ਓਪਰਾ ਤੇ ਅਣਜਾਣਿਆ ਮਾਹੌਲ ਹੁੰਦਾ ਹੈ, ਜਿਸ ਵਿੱਚ ਕੁੜੀ ਦੇ ਮਨ ਵਿੱਚ ਕਈ ਪ੍ਰਕਾਰ ਦੇ ਸੰਸ਼ੇ ਹੁੰਦੇ ਹਨ। ਦੂਜੇ ਬੰਨੇ ਸਮਾਜਿਕ ਪ੍ਰਬੰਧ ਮੁਤਾਬਕ ਉਸਨੇ ਸਹੁਰੇ ਘਰ ਜਾਣਾ ਹੀ ਹੁੰਦਾ ਹੈ। ਬਾਲਗ ਇਸਤਰੀ ਲਈ ਸਹੁਰਾ ਘਰ ਨਵੀਆਂ ਭੂਮਿਕਾ ਨਿਭਾਉਣ ਦੇ ਮੌਕੇ ਦਿੰਦੇ ਹਨ। ਇਸ ਲਈ ਉਸਦੇ ਮਨ ਵਿੱਚ ਚਾਵਾਂ ਦੇ ਭਾਵ ਵੀ ਰਲੇ ਹੁੰਦੇ ਹਨ, ਜਿਹੜੇ ਸਮਾਜਿਕ ਵਾਤਾਵਰਨ ਵਿੱਚੋਂ ਸੁਹਾਗ ਦੇ ਇਹ ਲੋਕ ਗੀਤ ਪੈਦਾ ਹੋਏ ਹਨ। ਉਸ ਵਿੱਚ ਕੁੜੀ ਦੇ ਵਿਆਹ ਦਾ ਨਿਰਣਾ ਬਾਬਲ ਕਰਦਾ ਹੈ। ਬਹੁਤੇ ਸੁਹਾਗ ਧੀ ਵੱਲੋਂ ਬਾਬਲ ਨੂੰ ਹੀ ਸੰਬੋਧਿਤ ਹਨ। ਬਾਬਲ ਲਈ ਧੀ ਦਾ ਵਿਆਹ ਇੱਕ ਅਜਿਹਾ ਕਾਰਜ ਹੁੰਦਾ ਹੈ ਜੋ ਧਰਮ ਅਖਵਾਉਂਦਾ ਹੈ, ਜਿਸ ਦੇ ਕਰਨ ਤੇ ਜਸ ਤੇ ਪੁੰਨ ਦੋਵੇਂ ਹੁੰਦੇ ਹਨ। ਦੂਜੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਕਾਰਜ ਲਈ ਸਾਂਝੇ ਪਰਿਵਾਰ ਦੇ ਸਾਰੇ ਮਰਦ ਕੁੜੀ ਦੇ ਚਾਚੇ, ਤਾਏ ਅਤੇ ਨੇੜੇ ਦੇ ਰਿਸ਼ਤੇਦਾਰ, ਮਾਮੇ, ਨਾਨੇ ਆਦਿ ਨਾਲ ਆ ਜੁੜਦੇ ਹਨ। ਇਸ ਤਰ੍ਹਾਂ ਇਹ ਕਾਰਜ ਪਰਿਵਾਰ ਦੇ ਸਾਕ ਸੰਬੰਧੀਆਂ ਲਈ ਸਾਂਝੀ ਜ਼ਿੰਮੇਵਾਰੀ ਬਣਿਆ ਹੁੰਦਾ ਹੈ। ਸੁਹਾਗ ਦੇ ਲੋਕ ਗੀਤਾਂ ਵਿੱਚ ਧੀ ਲਈ ਬਾਬਲ ਰਾਜਾ ਹੈ। ਉਸ ਦਾ ਘਰ ਮਹਿਲ ਹੈ, ਬਾਹਰ ਬਾਗ ਹੈ ਜਿਸ ਵਿੱਚ ਚੰਨਣ ਦੇ ਰੁੱਖ ਲੱਗੇ ਹੋਏ ਹਨ, ਤਲਾਅ ਹਨ ਤੇ ਚੰਬਾ ਖਿੜਦਾ ਹੈ। ਇਸ ਤਰ੍ਹਾਂ ਬਾਬਲ ਇੱਕ ਰਾਜੇ ਵਾਂਗ ਹੈ, ਪਰ ਉਸ ਦੀ ਧੀ ਵਿਆਹੁੰਦਾ ਜਾਣੋਂ ਨਿਭ ਜਾਂਦਾ ਹੈ। ਧੀ ਦੇ ਪੇਕੇ ਪਰਿਵਾਰ ਤੋਂ ਵਿਛੜਨ ਦੀ ਘੜੀ ਬਹੁਤ ਭਾਵੁਕਤਾ ਵਾਲੀ ਹੁੰਦੀ ਹੈ। ਤਦ ਉਸ ਦਾ ਬਾਬਲ ਹੀ ਨਹੀਂ, ਸਾਰਾ ਪਰਿਵਾਰ ਤੇ ਸਾਕ ਸੰਬੰਧੀ ਛਮ-ਛਮ ਰੋਂਦੇ ਹਨ। ਸੁਹਾਗ ਦੇ ਗੀਤਾਂ ਨੂੰ ਕੁੜੀਆਂ ਤੇ ਇਸਤਰੀਆਂ ਰਲ ਕੇ ਗਾਉਂਦੀਆਂ ਹਨ। ਗਾਉਣ ਦੀਆਂ ਲੋੜਾਂ ਅਨੁਸਾਰ ਇਹਨਾਂ ਵਿੱਚ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਦਾ ਦੁਹਰਾਅ ਹੁੰਦਾ ਹੈ। ਗਾਉਣ ਵਾਲੇ ਦੀ ਉਪਭਾਸ਼ਾ ਅਨੁਸਾਰ ਸ਼ਬਦਾਂ ਦਾ ਰੂਪ ਕੁਝ ਬਦਲ ਜਾਂਦਾ ਹੈ, ਜਿਵੇਂ ਦਾੜੀ ਤੋਂ ਦਾੜੀ, ਦੇਵੀ ਤੋਂ ਦੇਈ, ਨੀਵਿਆਂ ਤੋਂ ਨੀਵਿਆਂ। ਇਸ ਤਰ੍ਹਾਂ ਰਸ ਦੀ ਲੋੜ ਅਨੁਸਾਰ ਸਾਡੜੇ ਸਾਡੇ, ਬੇਟੜੀ ਬੇਟੀ, ਵੱਡੜਾ ਵੱਡਾ, ਬਾਲੜੇ ਬਹੁਤੇ, ਡੱਬੜੇ ਡੱਬੇ, ਹੁੰਦੜੀ ਹੁੰਦੀ ਆਦਿ ਸ਼ਬਦ ਵਰਤੇ ਜਾਂਦੇ ਹਨ। ਸੁਹਾਗ ਦੇ ਗੀਤ ਭਾਵ ਅਤੇ ਬਣਤਰ ਪੱਖੋਂ ਸਰਲ ਹਨ। ਇਹਨਾਂ ਵਿੱਚ ਦੁਹਰਾਅ ਹੈ, ਪ੍ਰਕਿਰਤੀ ਦੀਆਂ ਨਿਰਮਲ ਛੂਹਾਂ ਹਨ ਅਤੇ ਗਾਉਣ ਲਈ ਲੈਅ ਤੇ ਰਵਾਨਗੀ ਹੈ। ਚੜ੍ਹ ਚੁਬਾਰੇ ਸੁੱਤਿਆ ਬਾਬਲਾ, ਤੈਨੂੰ ਆਈ ਬਨੇਰੇ ਦੀ ਛਾਂ। ਚੜ੍ਹ ਚੁਬਾਰੇ ਸੁੱਤਿਆ ਬਾਬਲਾ, ਤੈਨੂੰ ਆਈ ਬਨੇਰੇ ਦੀ ਛਾਂ। ਤੂੰ ਸੁਤਾ ਲੋਕੀ ਜਾਗਦੇ ਕਰ, ਬੇਟੜੀ ਹੋਈ ਮੁਟਿਆਰ। ਚੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨਾਵਣ
ਚੱਲਿਆ ਤਲਾ ਮੈਲ ਹੋਵੇ ਝਟ ਚੜ ਜਾਵੇ ਵਾਰੀ ਰੂਪ ਨਾ ਚੜਿਆ ਜਾ ਮਾਏ ਨੀ ਸੁਣ ਮੇਰੀ ਏ ਵਾਰੀ ਬਾਬਲ ਮੇਰੇ ਨੂੰ ਸਮਝਾ ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ ਸਾਡੜੇ ਮਨ ਵਿੱਚ ਜਾ ਬਾਬਲ ਰੋਂਦੇ ਦੀ ਦਾੜੀ ਪਿੱਛੇ ਵਾਰੀ ਮਾਈ ਨੇ ਦਿੱਤਾ ਦਰਿਆ ਚਲਾ ਵੀਰੇ ਰੋਂਦੇ ਦਾ ਰੁਮਾਲ ਭਿਜਾ ਵਾਰੀ ਭਾਬੋ ਦੇ ਮਨ ਵਿੱਚ ਜਾ ਚੜ ਚੁਬਾਰੇ ਸੁੱਤਿਆ ਚਾਚਿਆ ਤੈਨੂੰ ਆਈ ਬਨੇਰੇ ਦੀ ਛਾਂ ਤੂੰ ਸੁਤਾ ਲੋਕੀ ਜਾਗਦੇ ਕਰ ਪਤੀ ਜੀ ਹੋਈ ਮੁਟਿਆਰ ਛੰਨਾ ਤਾਂ ਪਰਿਆ ਦੁੱਧ ਦਾ ਵਾਰੀ ਨਾਵਣ ਚੱਲਿਆ ਤਲਾ ਮੈਲ ਹੋਵੇ ਝਟ ਚੜ ਜਾਵੇ ਵਾਰੀ ਰੂਪ ਨਾ ਚੜਿਆ ਜਾ ਚਾਚੀ ਨੀ ਸੁਣ ਮੇਰੀ ਏ ਵਾਰੀ ਚਾਚੇ ਮੇਰੇ ਨੂੰ ਸਮਝਾ ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ ਸਾਡੜੇ ਮਨ ਜਾ ਚਾਚੇ ਰੋਂਦੇ ਦੀ ਦਾੜੀ ਪਿੱਛੇ ਵਾਰੀ ਚਾਚੀ ਨੇ ਦਿੱਤਾ ਦਰਿਆ ਚਲਾ ਵੀਰੇ ਰੋਂਦੇ ਦਾ ਰੁਮਾਲ ਭਿਜਾ ਵਾਰੀ ਭਾਬੋ ਦੇ ਮਨ ਜਾ ਇਸ ਤੋਂ ਅਗਲੇ ਸੁਹਾਗ ਵਿੱਚ ਇੱਕ ਮੁਟਿਆਰ ਕੁੜੀ ਆਪਣੇ ਬਾਪ ਨਾਲ ਵਾਰਤਾਲਾਪ ਕਰਦੀ ਹੋਈ ਆਪਣੇ ਹੋਣ ਵਾਲੇ ਵਰ ਸੰਬੰਧੀ ਆਪਣੇ ਹਾਵ ਭਾਵ ਪ੍ਰਗਟ ਕਰਦੀ ਹੈ ਜੋ ਕਿ ਬੇਟੀ ਚੰਨਣ ਦੇ ਓਲੇ ਸੁਹਾਗ ਵਿੱਚ ਦਰਜ ਹਨ। बेटी चन्नन दे ओले ओले क्यों खड़ी नी बेटी चन्नन दे ओले ओले क्यों खड़ी जी मैं तां खड़ी सां बाबल जी दे बार बाबल वार लोड़िए जी मैं तां खड़ी सां बाबल जी दे बार बाबल वार लोड़िए नी जाइए के हो जे हावर लोड़िए नी जाइए के हो जे हावर लोड़िए बाबल तारे विचो चन जना विचो कान कन्हैया वार लोड़िए ज्यों तारे विचो चन जना विचो कान कन्हैया वार लोड़िए बेटी
चन्नण दे ओले ओले क्यों खड़ी जी मैं तां खड़ी सा मामा जी दे बार मामा वार लोड़ीए जी मैं तां खड़ी सा मामा जी दे बार मामा वार लोड़ीए जी बेटी केहो जिहा वार लोड़ीए जी बेटी केहो जिहा वार लोड़ीए नी जाइए केहो जिहा वार लोड़ीए जो तारियां विचों चान चन्ना विचों कान कन्हैया वार लोड़ीए ज्यों तारियां विचों चान चन्ना विचों कान कन्हैया वार लोड़ीए। ਉਸ ਤੋਂ ਅਗਲੇ ਸੁਹਾਗ ਵਿੱਚ ਇੱਕ ਮੁਟਿਆਰ ਕੁੜੀ ਆਪਣੇ ਬਾਬਲ ਤੋਂ ਮੰਗ ਕਰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿੱਚ ਵਿਆਹੇ ਜਿੱਥੇ ਸਹੁਰਾ ਕੋੜਮੇ ਦਾ ਮੁਖੀ ਹੋਵੇ ਤੇ ਸੱਸ ਨੇਕ ਤੇ ਸ਼ਾਂਤ ਸੁਭਾਅ ਦੀ ਹੋਵੇ। ਤੇ ਉਹ ਸੁਹਾਗ ਹੈ ਦੇਈ ਦੇਈ ਵੇ ਬਾਬਲਾ। ਦੇਈ ਦੇਈ ਵੇ ਬਾਬਲਾ ਉਸ ਕਰੇ ਜਿੱਥੇ ਸੱਸ ਭਲੀ ਪਰਦਾਨ ਸੋਹਰਾ ਸਰਦਾਰ ਹੋਵੇ ਜਿੱਥੇ ਸੱਸ ਭਲੀ ਪਰਦਾਨ ਸੋਹਰਾ ਸਰਦਾਰ ਹੋਵੇ। ਡਾ ਪੀੜਾ ਬੈਂਦੀ ਸਾਹਮਣੇ ਵੇ ਮੱਥੇ ਕਦੇ ਨਾ ਪਾਂਦੀ ਬਟ ਬਾਬਲ ਤੇਰਾ ਪੁੰਨ ਹੋਵੇ ਵੇ ਤੇਰਾ ਦਾਨ ਹੋਵੇ ਤੇਰਾ ਹੋਵੇਗਾ ਵੱਡੜਾ ਜਸ ਬਾਬਲ ਤੇਰਾ ਪੁੰਨ ਹੋਵੇ। ਦੇਈ ਦੇਈ ਵੇ ਬਾਬਲਾ ਉਸ ਕਰੇ ਜਿੱਥੇ ਸੱਸ ਦੇ ਬਾਲੜੇ ਪੁੱਤ ਇੱਕ ਮੰਗੀਏ ਤੇ ਇੱਕ ਵਿਆਹੀਏ ਵੇ ਮੈਂ ਸ਼ਾਦੀਆਂ ਵੇਖਾਂ ਨਿਤ ਬਾਬਲ ਤੇਰਾ ਪੁੰਨ ਹੋਵੇ ਵੇ ਤੇਰਾ ਦਾਨ ਹੋਵੇ ਤੇਰਾ ਹੋਵੇਗਾ ਵੱਡੜਾ ਜਸ ਬਾਬਲ ਤੇਰਾ ਪੁੰਨ ਹੋਵੇ। ਦੇਈ ਦੇਈ ਵੇ ਬਾਬਲਾ ਉਸ ਕਰੇ ਦੇਈ ਦੇਈ ਵੇ ਬਾਬਲਾ ਉਸ ਕਰੇ ਜਿੱਥੇ ਬੂਰੀਆਂ ਚੋਟੀਆਂ 60 ਇੱਕ ਰੀੜਕਾਂ ਇੱਕ ਜਮਾਈ ਸਾਂ ਮੇਰਾ ਚਾਟੀਆਂ ਦੇ ਵਿੱਚ ਹੱਥ ਬਾਬਲ ਤੇਰਾ ਪੁੰਨ ਹੋਵੇ ਵੇ ਤੇਰਾ ਦਾਨ ਹੋਵੇ ਤੇਰਾ ਹੋਵੇਗਾ ਵੱਡੜਾ ਜਸ ਬਾਬਲ ਤੇਰਾ ਪੁੰਨ ਹੋਵੇ। ਦੇਈ ਦੇਈ ਵੇ ਬਾਬਲਾ ਉਸ ਕਰੇ ਜਿੱਥੇ ਦਰਜੀ ਸੀਵੇ ਪੱਟ ਇੱਕ ਪਾਵਾਂ ਤੇ ਇੱਕ ਟੰਗਣੇ ਵੇ ਮੇਰਾ ਸੰਦੂਕਾਂ ਵਿੱਚ ਹੱਥ ਬਾਬਲ ਤੇਰਾ ਪੁੰਨ ਹੋਵੇ ਵੇ ਤੇਰਾ ਦਾਨ ਹੋਵੇ ਤੇਰਾ
ਹੋਵੇਗਾ ਵੱਡੜਾ ਜਸ ਬਾਬਲ ਤੇਰਾ ਪੁੰਨ ਹੋਵੇ। ਦੇਈ ਦੇਈ ਵੇ ਬਾਬਲਾ ਉਸ ਕਰੇ, ਦੇਈ ਦੇਈ ਵੇ ਬਾਬਲਾ ਉਸ ਕਰੇ, ਜਿੱਥੇ ਕਾੜ ਕੜੇ ਸੁਨਿਆਰ ਇੱਕ ਪਾਵਾਂ ਦੂਜਾ ਡੱਬੜੇ ਵੇ ਮੇਰਾ ਡੱਬਿਆਂ ਦੇ ਵਿੱਚ ਹੱਥ ਬਾਬਲ ਤੇਰਾ ਪੁੰਨ ਹੋਵੇ। ਪੁੰਨ ਹੋਵੇ ਵੇ ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ ਬਾਬਲ ਤੇਰਾ ਪੁੰਨ ਹੋਵੇ। ਇਸ ਤੋਂ ਅਗਲੇ ਸੁਹਾਗ ਵਿੱਚ ਇੱਕ ਮੁਟਿਆਰ ਕੁੜੀ ਦੇ ਮਨੋਭਾਵ ਅੰਕਿਤ ਹਨ, ਜਿਸ ਦੇ ਬਾਪ ਨੇ ਉਸ ਦਾ ਵਿਆਹ ਧਰ ਦਿੱਤਾ ਹੈ, ਪਰ ਉਹ ਅੱਸੂ ਦੇ ਚੰਗੇ ਮੌਸਮ ਵਾਲੇ ਮਹੀਨੇ ਦੇ ਗੁਣ ਦੱਸਦੀ ਹੋਈ ਇਹ ਭਾਵ ਪ੍ਰਗਟ ਕਰਦੀ ਹੈ ਕਿ ਉਸ ਦਾ ਵਿਆਹ ਜ਼ਰਾ ਠਹਿਰ ਕੇ ਕੀਤਾ ਜਾਵੇ, ਤਾਂ ਜੋ ਉਹ ਮਾਪਿਆਂ ਦੇ ਘਰ ਕੁਝ ਸਮਾਂ ਰਹਿ ਲਵੇ ਅਤੇ ਸਾਰਾ ਸਮਾਨ ਵੀ ਇਸ ਮੌਸਮ ਦੇ ਵਿੱਚ ਬਚ ਜਾਵੇ ਅਤੇ ਖਰਾਬ ਨਾ ਹੋਵੇ। ਤੇ ਇਸ ਸੁਹਾਗ ਦਾ ਨਾਮ ਹੈ ਅੱਸੂ ਦਾ ਕਾਜ ਰਚਾ। ਮੈਂ ਤੈਨੂੰ ਆਖਦੀ ਬਾਬਲ ਮੇਰਾ ਅੱਸੂ ਦਾ ਕਾਜ ਰਚਾਵੇ, ਆਨ ਨਾ ਤਰਕੇ ਕੋਠੜੀ ਵੇ ਤੇਰਾ ਦਹੀਂ ਨਾਮ ਲਾ ਜਾਵੇ। ਬਾਬਲ ਮੈਂ ਬੇਟੀ ਮੁਟਿਆਰ ਵੇ ਤਰਨੀ, ਮੈਂ ਬੇਟੀ ਮੁਟਿਆਰ ਵੇ, ਅੰਦਰ ਛੜੀਏ ਬਾਹਰ ਦਲੀਏ ਦੀਤਾ ਸੁਕਾਜ ਰਚਾਵੇ। ਬਾਬਲ ਮੈਂ ਬੇਟੀ ਮੁਟਿਆਰ ਵੇ, ਬਾਬਲ ਮੈਂ ਬੇਟੀ ਮੁਟਿਆਰ ਵੇ। ਬਾਬਲ ਮੇਰੇ ਦਾਜ ਜੋ ਦੀਤਾ, ਮੋਤੀ ਦਿੱਤੇ ਅਣ ਤੋੜ ਵੇ, ਬਾਬਲ ਮੈਂ ਬੇਟੀ ਮੁਟਿਆਰ ਵੇ, ਬਾਬਲ ਮੈਂ ਬੇਟੀ ਮੁਟਿਆਰ ਵੇ। ਦਾਜ ਤੇ ਦਾਨ ਤਾਂ ਬਹੁਤ ਜੋ ਦੀਤਾ, ਦੀਤੇ ਸੁਹਸਤ ਲਦਾਵੇ, ਹਸਤਾਂ ਦੇ ਪੈਰੀ ਬਾਬਲ ਝਾਂਜਰਾਂ ਛਣਕਾਰ ਪੈਂਦੀ ਵੇ ਜਾਵੇ। ਓ ਬਾਬਲ ਮੈਂ ਬੇਟੀ ਪਰਨਾਵੇ, ਓ ਬਾਬਲ ਮੈਂ ਬੇਟੀ ਪਰਨਾਵੇ। ਉਸ ਤੋਂ ਅਗਲੇ ਸੁਹਾਗ ਵਿੱਚ ਇੱਕ ਮੁਟਿਆਰ ਨਵ ਵਿਆਹੀ ਮੁਟਿਆਰ ਨਾਲ ਪ੍ਰਸ਼ਨ ਉੱਤਰ ਦੇ ਰੂਪ ਵਿੱਚ ਗੱਲਾਂ ਕਰਦੀ ਹੈ, ਜਿਸ ਵਿੱਚੋਂ ਦੂਰੋਂ ਵਿਆਹੀ ਹੋਈ ਮੁਟਿਆਰ ਜੋ ਕਿ ਬਹੁਤ ਰੂਪਵਤੀ ਹੈ, ਉਸ ਦੇ ਮਾਪਿਆਂ ਦਾ ਵਿਛੋੜਾ, ਉਸ ਦੇ ਘਰ ਤੇ ਪਿਆਰ ਅਤੇ ਮੋਹ ਨੂੰ ਪ੍ਰਗਟਾਉਂਦਿਆਂ ਹੋਇਆਂ
ਅਸੀਂ ਅੱਗੇ ਸੁਹਾਗ ਪੜਾਂਗੇ। ਹਰੀਏ ਨੀ ਰਸ ਭਰੀਏ ਖਜੂਰੇ। ਹਰੀਏ ਨੀ ਰਸ ਭਰੀਏ ਖਜੂਰੇ, ਕੀਨ ਦਿੱਤਾ ਐਡੀ ਦੂਰੇ। ਹਰੀਏ ਨੀ ਰਸ ਭਰੀਏ ਖਜੂਰੇ, ਕੀਨ ਦਿੱਤਾ ਐਡੀ ਦੂਰੇ। ਬਾਬਲ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ। ਬਾਬਲ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ। ਮਾਤਾ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੜ ਪੂਰੇ। ਹਰੀਏ ਨੀ ਰਸ ਭਰੀਏ ਖਜੂਰੇ, ਕੀਨ ਦਿੱਤਾ ਐਡੀ ਦੂਰੇ। ਚਾਚਾ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ। ਚਾਚੀ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੜ ਪੂਰੇ। ਹਰੀਏ ਨੀ ਰਸ ਭਰੀਏ ਖਜੂਰੇ, ਕੀਨ ਦਿੱਤਾ ਐਡੀ ਦੂਰੇ। ਮਾਮਾ ਜੋ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ। ਮਾਮੀ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੜ ਪੂਰੇ। ਹਰੀਏ ਨੀ ਰਸ ਭਰੀਏ ਖਜੂਰੇ, ਕੀਨ ਦਿੱਤਾ ਐਡੀ ਦੂਰੇ। ਇਸ ਤੋਂ ਅਗਲੇ ਸੁਹਾਗ ਵਿੱਚ ਇੱਕ ਮੁਟਿਆਰ ਧੀ ਦੇ ਵਿਆਹ ਵੇਲੇ ਉਸ ਦਾ ਪਿਤਾ ਅਤੇ ਮਾਮਾ, ਚਾਚਾ, ਤਾਇਆ ਭਾਵੇਂ ਕਿੰਨੇ ਕੁ ਵੱਡੇ ਪਰਬਤ ਹੋਣ, ਪਰ ਉਹ ਹਮੇਸ਼ਾ ਨਿਭ ਜਾਂਦੇ ਹਨ। ਤੇ ਇਹੀ ਇਸ ਸੁਹਾਗ ਦੇ ਵਿੱਚ ਕਿਹਾ ਗਿਆ ਹੈ। ਇਸ ਸੁਹਾਗ ਦਾ ਨਾਂ ਹੈ ਨੀਵੇਂ ਪਹਾੜਾਂ ਤੇ ਪਰਬਤ। ਨੀਵੇਂ ਪਹਾੜਾਂ ਤੇ ਪਰਬਤ ਜੀ, ਹੋਰ ਨੀਵਿਆ ਨਾ ਕੋਈ। ਨੀਵੇਂ ਪਹਾੜਾਂ ਤੇ ਪਰਬਤ ਜੀ, ਹੋਰ ਨੀਵਿਆ ਨਾ ਕੋਈ। ਨੀਵਿਆ ਲਾਡੋਦਾ ਬਾਬਲ ਜੀ, ਜੀ ਨੇ ਬੇਟੀ ਵਿਆਹੀ। ਨੀਵਿਆ ਲਾਡੋਦਾ ਬਾਬਲ ਜੀ, ਜੀ ਨੇ ਬੇਟੀ ਵਿਆਹੀ। ਤੂੰ ਕਿਉਂ ਰੋਇਆ ਬਾਬਲ ਜੀ, ਜਗ ਹੁੰਦੜੀ ਆਈ।
बाबल जी जग हुंदड़ी आई, मोरां दियां पैलां देख के बाबल छम छम रोया, मोरां दियां पैलां देख के बाबल छम छम रोया, तू क्यों रोया बाबल जी जग हुंदड़ी आई, तू क्यों रोया बाबल जी जग हुंदड़ी आई, नीवे पहाड़ां ते पर्वत जी होर निव्या ना कोई, नीवे पहाड़ां ते पर्वत जी होर निव्या ना कोई, निव्या लाडोदा ताया जी जीन बेटी व्याई, निव्या लाडोदा ताया जी जीन बेटी व्याई, तू क्यों रोया ताया जी जग हुंदड़ी आई, तू क्यों रोया ताया जी जग हुंदड़ी आई, मोरां दियां पैलां देख के ताया छम छम रोया, मोरां दियां पैलां देख के ताया छम छम रोया, तू क्यों रोया ताया जी जग हुंदड़ी आई, तू क्यों रोया ताया जी जग हुंदड़ी आई, नीवे पहाड़ां ते पर्वत जी होर निव्या ना कोई, नीवे पहाड़ां ते पर्वत जी होर निव्या ना कोई। ਇਸ ਤੋਂ ਅਗਲੇ ਸੁਹਾਗ ਵਿੱਚ ਕੁੜੀਆਂ ਜੋ ਇੱਕ ਚਿੜੀਆਂ ਦੀ ਤਰ੍ਹਾਂ ਹੁੰਦੀਆਂ ਹਨ, ਉਹ ਦੂਰ ਕਿਤੇ ਲੰਮੀ ਉਡਾਰੀ ਮਾਰਦੀਆਂ ਹਨ ਤੇ ਵਾਪਸ ਪਤਾ ਨਹੀਂ ਕਦੋਂ ਪਰਤਦੀਆਂ ਹਨ। ਇਸ ਤਰ੍ਹਾਂ ਦੇ ਹੀ ਭਾਵ ਇਸ ਸੁਹਾਗ ਸਾਡਾ ਚਿੜੀਆਂ ਦਾ ਚੰਬਾ ਵਿੱਚ ਹਨ। ਲੜਕੀ ਦਾ ਵਿਆਹ ਕਰ ਦਿੱਤਾ ਗਿਆ ਹੈ ਪਰ ਉਹ ਆਪਣੇ ਬਾਬਲ ਨੂੰ ਵਾਸਤੇ ਪਾ ਰਹੀ ਹੈ ਕਿ ਉਸ ਨੂੰ ਨਾ ਤੋਰੇ ਤੇ ਬਹੁਤ ਸਾਰੇ ਬਹਾਨੇ ਵੀ ਬਣਾ ਰਹੀ ਹੈ, ਜੋ ਸਾਰੇ ਬਹਾਨੇ ਇਸ ਸੁਹਾਗ ਵਿੱਚ ਅੰਕਿਤ ਹਨ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ, ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ
ਹੋ ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਡੋਲਾ ਨਹੀਂਓ ਲੰਘਦਾ। ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਡੋਲਾ ਨਹੀਂਓ ਲੰਘਦਾ। ਇੱਕ ਈਟ ਪੁਟਾ ਦੇਵਾਂ ਧੀਏ ਕਰ ਜਾ ਆਪਣੇ। ਇੱਕ ਈਟ ਪੁਟਾ ਦੇਵਾਂ ਧੀਏ ਕਰ ਜਾ ਆਪਣੇ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ। ਹੋ ਤੇਰੇ ਬਾਗਾਂ ਦੇ ਵਿੱਚ ਵੇ ਬਾਬਲ ਡੋਲਾ ਨਹੀਂਓ ਲੰਘਣਾ। ਤੇਰੇ ਬਾਗਾਂ ਦੇ ਵਿੱਚ ਵੇ ਬਾਬਲ ਡੋਲਾ ਨਹੀਂਓ ਲੰਘਣਾ। ਇੱਕ ਟਾਹਲੀ ਪੁਟਾ ਦੇਵਾਂ ਧੀਏ ਕਰ ਜਾ ਆਪਣੇ। ਇੱਕ ਟਾਹਲੀ ਪੁਟਾ ਦੇਵਾਂ ਧੀਏ ਕਰ ਜਾ ਆਪਣੇ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ। ਹੋ ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਡੇ। ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਡੇ। ਮੇਰੀਆਂ ਖੇਡਣ ਪੋਤਰੀਆਂ ਧੀਏ ਕਰ ਜਾ ਆਪਣੇ। ਮੇਰੀਆਂ ਖੇਡਣ ਪੋਤਰੀਆਂ ਧੀਏ ਕਰ ਜਾ ਆਪਣੇ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ। ਹੋ ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਚਰਖਾ ਕੌਣ ਕੱਤੇ। ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਚਰਖਾ ਕੌਣ ਕੱਤੇ। ਮੇਰੀਆਂ ਕੱਤਣ ਪੋਤਰੀਆਂ ਧੀਏ ਕਰ ਜਾ ਆਪਣੇ। ਮੇਰੀਆਂ ਕੱਤਣ ਪੋਤਰੀਆਂ ਧੀਏ ਕਰ ਜਾ ਆਪਣੇ। ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਚਰਖਾ ਕੌਣ ਕੱਤੇ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ। ਮੇਰਾ ਛੋਟਾ ਕਸੀਦਾ ਵੇ ਬਾਬਲ ਦੱਸ ਕੌਣ ਕੱਢੇ। ਮੇਰਾ ਛੋਟਾ ਕਸੀਦਾ ਵੇ ਬਾਬਲ ਦੱਸ ਕੌਣ ਕੱਢੇ। ਮੇਰੀਆਂ ਕੱਢਣ ਪੋਤਰੀਆਂ ਧੀਏ ਕਰ ਜਾ ਆਪਣੇ। ਮੇਰੀਆਂ ਕੱਢਣ ਪੋਤਰੀਆਂ ਧੀਏ ਕਰ ਜਾ ਆਪਣੇ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ। ਇਸ ਤੋਂ ਅਗਲੇ ਸੁਹਾਗ ਵਿੱਚ ਵਿਆਹੀ ਜਾ ਚੁੱਕੀ ਧੀ ਸਹੁਰੇ ਘਰ ਦੇ ਵਿੱਚ ਜਾਂਦੀ ਹੋਈ ਆਪਣੇ ਪੇਕਿਆਂ ਪ੍ਰਤੀ ਅੰਤਾਂ ਦਾ ਮੋਹ ਪ੍ਰਗਟ ਕਰਦੀ ਹੈ ਤੇ ਆਪਣੇ ਬਾਬਲ ਮਾਪਿਆਂ, ਚਾਚੇ ਤਾਏ, ਵੀਰ ਸਾਰਿਆਂ ਦਾ ਹਾਲ ਚਾਲ ਪੁੱਛਦੀ ਹੈ। ਇਹ ਸੁਹਾਗ ਹੈ ਨਿੱਕੀ ਜਿਹੀ ਸੂਈ ਪਟਮਾ ਧਾਗਾ, ਬਹੁਤ ਸੁੰਦਰ, ਜੋ ਇਸ ਪ੍ਰਕਾਰ ਹੈ। ਨਿਕੜੀ ਸੂਈ
वटमा तागा बैठ कसीदा कट रहिया निकड़ी सूई। वटमा तागा बैठ कसीदा कट रहिया दे जांदे राही पुछ दे तू क्यों बीबी रो रहिया दे जांदे राही पुछ दे तू क्यों बीबी रो रहिया। बाबल मेरे काजर जाया मैं परदेसन हो रहिया। बाबल मेरे काजर जाया मैं परदेसन हो रहिया निकड़ी सूई। वटमा तागा बैठ कसीदा कट रहिया दे जांदे राही पुछ दे तू क्यों बीबी रो रहिया। चाचे मेरे काजर जाया मैं परदेसन हो रहिया निकड़ी सूई। वटमा तागा बैठ कसीदा कट रहिया दे जांदे राही पुछ दे तू क्यों बीबी रो रहिया। वीरे मेरे काजर जाया मैं परदेसन हो रहिया निकड़ी सूई। बटमा तागा बैठ कसीदा कट रहिया दे जांदे राही पुछ दे तू क्यों बीबी रो रहिया। मामे जो मेरे काजर जाया मैं परदेसन हो रहिया निकड़ी सूई। वटमा तागा बैठ कसीदा कट रहिया। ਸੋ ਇਹ ਸਨ 11ਵੀਂ ਜਮਾਤ ਦੀ ਪਾਠ ਪੁਸਤਕ ਦੇ ਵਿੱਚ ਦਰਜ ਸੁਹਾਗ। ਬਹੁਤ ਸੁੰਦਰ ਸੁਹਾਗ। ਸੁਹਾਗ ਬੱਚਿਓ ਇੰਨੇ ਜ਼ਿਆਦਾ ਨੇ ਆਪਣੇ ਸੱਭਿਆਚਾਰ ਦੇ ਵਿੱਚ ਜਿਨ੍ਹਾਂ ਦਾ ਕੋਈ ਅੰਤ ਨਹੀਂ ਤੇ ਆਪਾਂ ਸਾਰੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਣਾ ਹੈ। ਆਪਾਂ ਅਗਰ ਇਸ ਨੂੰ ਸੰਭਾਲ ਕੇ ਰੱਖਾਂਗੇ ਤਾਂ ਆਪਾਂ ਜਿਉਂਦੇ ਹਾਂ, ਅਗਰ ਨਹੀਂ ਰੱਖਾਂਗੇ ਤਾਂ ਆਪਣੀ ਹੋਂਦ ਵੀ ਹੌਲੀ ਹੌਲੀ ਖਤਮ ਹੋ ਜਾਵੇਗੀ। ਮੈਨੂੰ ਉਮੀਦ ਹੈ, ਆਸ ਹੈ ਕਿ ਤੁਸੀਂ ਇਹਨਾਂ ਸੁਹਾਗਾਂ ਨੂੰ ਸੁਣਿਆ, ਸਮਝਿਆ ਅਤੇ ਕਸਮ ਖਾਧੀ ਹੈ ਵੀ ਅਸੀਂ ਹਮੇਸ਼ਾ ਆਪਣੇ ਆਪ ਨੂੰ ਜਿਉਂਦੇ ਰੱਖਾਂਗੇ, ਆਪਣੇ ਪੰਜਾਬੀ ਸੱਭਿਆਚਾਰ ਨੂੰ ਜਿਉਂਦੇ ਰੱਖਾਂਗੇ।